तक तो किसान मोर्चा भी नहीं, मेरे नौजवान भाई, किसान मोर्चा भी नहीं बना, फैसले लेने पड़ते। मेरी भी टिकट कटी है, एक बार नहीं 2 बार कटी है मेरी। फर्ज था कि किसान के साथ खड़े होते, ना कि सरकार के साथ। इस्तीफा देकर उन्होंने सरकार को फायदा पहुंचाया, आपको और विपक्ष को नहीं। साथियों नमस्कार, आप देख रहे हैं एलनाबाद हलचल। एलनाबाद विधानसभा सीट के लिए चुनावी प्रचार जोरों पर है। प्रत्येक पार्टी का उम्मीदवार अपने बड़े नेताओं के साथ गांव व शहर में जाकर जनसभा में उपस्थित लोगों को संबोधित कर रहा है। लेकिन अब लोग भी जागरूक हो चुके हैं, वह भी इन नेताओं से तीखे सवाल कर रहे हैं और नेता उनको पूरा करने का आश्वासन दे रहे हैं। वोटों की अपील करने के लिए कांग्रेस उम्मीदवार के साथ प्रदेश अध्यक्ष कुमारी शैलजा आम लोगों के बीच में पहुंची, जिनको लोगों के तीखे सवालों का सामना करना पड़ा। उतना ही सरल तरीके से उनका जवाब भी प्रदेश अध्यक्ष ने दिया। ਸਾਡੇ ਕੋਲ ਪਹੁੰਚੇ ਭੈਣ ਕੁਮਾਰੀ ਸ਼ੈਲਜਾ ਜੀ ਤੇ ਸਾਡੇ ਭਾਈ ਸਾਹਿਬ ਪਵਨ ਜੀ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਪਿੰਡ ਵਿੱਚ ਆਇਆਂ ਨੂੰ ਜੀ ਆਇਆਂ ਆਖਦੇ ਆ। ਕਾਂਗਰਸ ਹਾਈ ਕਮਾਂਡ ਵੱਲੋਂ ਜਾਂ ਕਿਸੇ ਵੱਲੋਂ ਇਸ ਤਰ੍ਹਾਂ ਦਾ ਬਿਆਨ ਨਹੀਂ ਆਇਆ ਵੀ ਜੇ ਮੋਦੀ ਸਰਕਾਰ ਕਾਨੂੰਨ ਵਾਪਸ ਨਹੀਂ ਕਰਦੀ ਤੇ ਕਾਂਗਰਸ ਸਰਕਾਰ ਆਉਂਦੀ ਹੈ, ਪਹਿਲੀ ਕੈਬਨਿਟ ਦੇ ਵਿੱਚ ਪਹਿਲਾ ਫੈਸਲਾ ਕਾਨੂੰਨ ਰੱਦ ਕੀਤੇ ਜਾਣਗੇ। ਔਰ ਤੁਸੀਂ ਪ੍ਰਧਾਨ ਜੀ, ਤੁਸੀਂ ਇਸ ਗੱਲ ਦਾ ਵਿਸ਼ਵਾਸ ਦਿਵਾ ਕੇ ਜਾਣਾ ਹੈ ਕਾਂਗਰਸ ਪਾਰਟੀ ਆਉਂਦੀ ਜੇਕਰ ਮੋਦੀ ਸਰਕਾਰ ਕਾਨੂੰਨ ਨਹੀਂ ਰੱਦ ਕਰਦੀ, ਪਹਿਲਾ ਵਾਕਈ ਜਿਹੜਾ ਕੈਬਨਿਟ ਦਾ ਪਹਿਲਾ ਫੈਸਲਾ ਹੈਗਾ ਕਿਸਾਨੀ ਮੁੱਦਿਆਂ ਦਾ ਉਹ ਰੱਦ ਹੋਏਗਾ ਜੀ। ਇੱਕ ਸਵਾਲ ਪੁੱਛਣਾ ਹੀ, ਭਾਵੇਂ ਪਵਨ ਜੀ ਉਹ ਵੀ ਸਾਡੇ ਆ, ਸਾਡੇ ਕੈਂਡੀਡੇਟ ਨੇ, ਪਿੱਛੇ ਜੋ ਜਿੱਥੇ ਮਰਜ਼ੀ ਰਹੇ, ਸਾਨੂੰ ਇਸ ਚੀਜ਼ ਦਾ ਕੋਈ ਦਿੱਕਤ। ਅੱਜ ਸਾਡੇ ਘਰੇ ਆਏ ਆ। ਦੂਜੀ ਕੁਛ ਮੇਰੇ ਵੀਰ ਆ ਗਲਤ ਪਾਰਟੀ 'ਚ ਚਲੇ ਗਏ ਸੀ 3-4 ਸਾਲ ਤੋਂ। ਪਵਨ ਜੀ ਵੀ ਬੰਦੇ ਚੰਗੇ ਸੀ, ਵਧੀਆ ਸੀ, ਗਲਤ ਪਾਰਟੀ 'ਚ ਚਲੇ ਗਏ ਸੀ। ਪਿੰਡ ਵਾਲਿਆਂ ਦਾ ਵੀ, ਇਹਨਾਂ ਦਾ ਵੀ ਕਾਂਗਰਸ ਪਾਰਟੀ 'ਚ ਆਉਣ ਤੇ ਬਹੁਤ ਬਹੁਤ ਧੰਨਵਾਦ। ਸਾਡੀ ਇੱਕ ਮੰਗ ਆ ਪਿੰਡ ਦੇ ਵਿੱਚ। ਪਹਿਲੀ ਮੰਗ ਤੇ ਇਹ ਆ ਵੀ ਰਾਤ ਸਾਡੀ ਗੁਰਦੁਆਰਾ ਸਾਹਿਬ ਵਿੱਚ ਮੀਟਿੰਗ ਹੋਈ ਹੈ, ਸਾਹਮਣੇ ਬੋਰਡ ਲੱਗਾ ਬੀਜੇਪੀ ਤੇ ਜੇਜੇਪੀ ਦਾ ਬਾਈਕਾਟ। ਦੂਸਰੀਆਂ ਜਿੰਨੀਆਂ ਵੀ ਪਾਰਟੀਆਂ ਨੇ, ਸਾਡਾ ਸੰਯੁਕਤ ਕਿਸਾਨ ਮੋਰਚੇ ਦਾ ਇਹ ਕੌਲ ਹੈ ਵੀ ਉਹਨਾਂ ਨੂੰ ਸਵਾਲ ਪੁੱਛੋ, ਗੱਲਬਾਤ ਕਰੋ, ਉਹਨਾਂ ਦਾ ਵਿਰੋਧ ਨਹੀਂ ਕਰਨਾ। ਅਗਲੀ ਗੱਲ ਇਹ ਸਾਡੇ ਰਾਤ ਪਿੰਡ ਦੇ ਵਿੱਚ ਹੋਈ ਹੈ ਵੀ ਇਹ ਸਾਂਝਾ ਥਾਂ ਆ, ਇੱਥੇ ਕੋਈ ਵੀ ਆ ਸਕਦਾ, ਸਭ ਦਾ ਜੀ ਆਇਆ। ਲੋਕ ਦਲ ਆਵੇ, ਕਾਂਗਰਸ ਆਵੇ, ਕੋਈ ਵੀ ਆਵੇ, ਦੋ ਪਾਰਟੀਆਂ ਛੱਡ ਕੇ ਸਭ ਦਾ ਜੀ ਆਇਆ। ਧੰਨਵਾਦ ਆ। ਸਵਾਲ ਅਸੀਂ ਕਰਾਂਗੇ, ਤੁਸੀਂ ਜਵਾਬ ਦੇਣੇ ਨੇ। ਰਾਤ ਸਾਡਾ ਫੈਸਲਾ ਇੱਕ ਹੋਰ ਹੋਇਆ ਵੀ ਤੁਸੀਂ ਇਸ ਤੋਂ ਇਲਾਵਾ ਸਾਡੇ ਪਿੰਡ ਦੇ ਕਿਸੇ ਵੀ ਸੱਜਣ ਦੇ ਘਰ ਨਹੀਂ ਜਾਣਾ ਤੇ ਨਾ ਕੋਈ ਬੁਲਾਵੇਗਾ। ਠੀਕ ਹੈ, ਇੱਥੇ ਸਭ ਨੇ ਇੱਥੇ ਆਉਣਾ, ਇੱਥੇ ਸਵਾਲ ਹੈ। ਸਾਡੇ ਪਿੰਡ ਦਾ 1-2 ਮਸਲੇ ਨੇ, ਉਹ ਆਪ ਜੀ ਦੇ ਅੱਗੇ ਅਸੀਂ ਰੱਖਣੇ ਨੇ। ਪਹਿਲਾ ਮਸਲਾ ਇਹ ਆ ਮੇਰੇ ਨੌਜਵਾਨ ਵੀਰਾਂ ਸਾਰਿਆਂ ਦਾ ਵੀ ਸਾਡੇ ਪਿੰਡ ਦੇ ਵਿੱਚ ਗਰਾਊਂਡ ਦੀ ਬਹੁਤ ਸਮੱਸਿਆ ਹੈ। ਗਰਾਊਂਡ ਸਾਡੇ ਪਿੰਡ ਦੇ ਵਿੱਚ ਜ਼ਰੂਰੀ ਚਾਹੀਦਾ ਆ। ਇੱਕ ਹੋਰ ਬਹੁਤ ਵੱਡੀ ਸਮੱਸਿਆ ਵੀ ਸਾਡੇ ਪਿੰਡ ਦਾ ਪੀਣ ਵਾਲਾ ਪਾਣੀ ਬਹੁਤ ਜ਼ਿਆਦਾ ਖਰਾਬ ਹੈ, ਦੁਸ਼ਟ ਹੈ। ਉਹਦਾ ਮਸਲਾ ਹੱਲ ਕੀਤਾ ਜਾਵੇ, ਜਾਂ ਤੇ ਨਹਿਰ ਤੋਂ ਕਿਸੇ ਵੀ ਢੰਗ ਤਰੀਕੇ ਨਾਲ ਹੋਵੇ ਤੇ ਜਾਂ ਇੱਥੇ ਕਿਸੇ ਵੀ ਤਰ੍ਹਾਂ ਦਾ ਫਿਲਟਰ ਹੋਵੇ। ਤੇ ਗੱਲ ਸਾਡੇ ਨਾਲ ਉਹ ਕਰਿਆ ਜੇ ਪੂਰੇ ਤੁਸੀਂ ਆ ਸਕਦੇ ਹੋ ਤੇ ਫੇਰ ਇਹਦਾ ਜਵਾਬ ਦਿਆ। ਕਾਂਗਰਸ ਇੱਕ ਇਹੋ ਜਿਹੀ ਪਾਰਟੀ ਆ ਜਿਹੜੀ ਸੈਕੂਲਰ ਪਾਰਟੀ ਆ, ਔਰ ਹਰ ਇਲੈਕਸ਼ਨ ਦੇ ਵਿੱਚ, ਚਾਹੇ ਐਮਪੀ ਦਾ ਇਲੈਕਸ਼ਨ ਹੈ ਚਾਹੇ ਵਿਧਾਨ ਸਭਾ ਦਾ, ਹਰ ਏਰੀਏ 'ਚ, ਹਰ ਟਾਪੂ 'ਚ, ਹਰ ਸਟੇਟ 'ਚ ਆਪਣੇ ਕੈਂਡੀਡੇਟ ਖਿਲਾਫਦੀ ਇੱਕ ਕਾਮਯਾਬ ਸਰਕਾਰਾਂ ਬਣਾਉਂਦੀ ਰਹੀ ਅੱਜ ਤੱਕ। ਜੇ ਧੋਖੇ ਨਾਲ ਬੀਜੇਪੀ ਮਾਰ ਗਈ ਹੈ ਤਾਂ ਧੋਖਾ ਤੇ ਬੜਾ ਹੋਇਆ ਇਸ ਮੁਲਕ ਦੇ ਵਿੱਚ। ਮੇਰਾ ਇਕੱਲੇ ਬੀਜੇਪੀ ਨੇ ਨਹੀਂ ਕੀਤਾ, ਹੋਰ ਵੀ ਬੜਿਆ ਲੋਕਾਂ ਨੇ ਕੀਤਾ। ਲੰਮੇ ਨਹੀਂ ਮੈਂ ਗੱਲ ਕਰਨੇ। ਮੈਂ ਚਾਹੁੰਦਾ ਹਾਂ ਵੀ ਇੱਕ ਵੋਟ ਮੇਰਾ ਜੋ ਵੀ ਸੱਜਣ ਮਿੱਤਰ ਜਿੱਥੇ ਵੀ ਹੈਗਾ ਉਹਦਾ ਫਰਜ਼ ਬਣਦਾ, ਉਹਦੀ ਡਿਊਟੀ ਬਣਦੀ ਆ। ਮੇਰਾ ਪਵਨ ਕੁਮਾਰ ਨੂੰ ਨਾ ਸੋਚਣ ਵੀ ਪਵਨ ਕੁਮਾਰ ਹੋਗਾ, ਉਹ ਆਪਣੇ ਆਪ ਸੋਚੇ ਵੀ ਮੈਂ ਕੀ ਕਰ ਰਿਹਾ। ਪੰਚਾਇਤੀ ਥਾਂ ਦੀ ਤਾਂ ਅਸੀਂ ਗਰਾਊਂਡ ਪਹਿਲਾਂ ਹੀ ਬਣਾ ਦੇਣਾ ਸੀਗਾ। ਗਰਾਊਂਡ ਤਾਂ ਮੈਂ ਬਹੁਤ ਪਿੰਡਾਂ 'ਚ ਬਣਾਇਆ, ਇਹ ਗਰਾਊਂਡ ਪਹਿਲਾਂ ਹੀ ਬਣਾ ਲੈਣਾ ਸੀਗਾ। ਹੁਣ ਮੈਂ ਇੰਨਾ ਵਾਅਦਾ ਕਰਦਾ ਤੁਹਾਨੂੰ, ਜੇ ਵਿਧਾਨ ਸਭਾ 'ਚ ਪਹੁੰਚੇ, ਜੇ ਤੁਸੀਂ ਪਹੁੰਚਾਓਗੇ ਵਿਧਾਨ ਸਭਾ 'ਚ ਵੋਟ ਦੇ ਕੇ ਇੱਥੋਂ, ਮੈਂ ਸਭ ਤੋਂ ਜ਼ਿਆਦਾ ਜ਼ੋਰ ਦੇ ਕੇ ਸਰਕਾਰ ਨੂੰ ਸਭ ਤੋਂ ਪਹਿਲਾਂ ਸਾਡੇ ਏਰੀਏ ਦੀ ਜਿਹੜੀ ਉਹ ਡਿਮਾਂਡਾਂ ਦੇ ਨਾਲ ਆਹ ਡਿਮਾਂਡ ਅੰਮ੍ਰਿਤਸਰ ਪਿੰਡ ਵੱਲੋਂ ਸਭ ਤੋਂ ਜ਼ਿਆਦਾ ਪ੍ਰੈਸ਼ਰ ਕਰਕੇ
ਆ ਡਿਮਾਂਡ ਤੁਹਾਡੀ ਪੂਰੀ ਕਰਾਉਣ ਦੀ ਪੂਰੀ ਕੋਸ਼ਿਸ਼। ਬਾਕੀ ਪੀਣ ਵਾਲੇ ਪਾਣੀ ਦਾ ਹੱਲ ਤਾਂ ਐਵੇਂ ਹੈ, ਆ ਇਲੈਕਸ਼ਨ ਕਮਿਸ਼ਨ ਦੇ ਹਦਾਇਤਾਂ ਹੈ, ਅਸੀਂ ਕੁਝ ਕਹਿ ਨਹੀਂ ਸਕਦੇ। ਉਹ ਤਾਂ ਭਾਵੇਂ ਜਿੱਤੀਏ ਜਾਂ ਹਾਰੀਏ, ਆ ਮੈਂ ਤੁਹਾਨੂੰ ਵਾਅਦਾ ਕਰਕੇ ਜਾਣਾ, ਭਾਵੇਂ ਕਿਵੇਂ ਕਰਾਉਣਾ ਪਵੇ, ਆ ਮੈਂ ਜ਼ਰੂਰ ਕਰਵਾ ਮੁੜ ਕੇ ਵੀ ਮੈਂ ਪਿੰਡ 'ਚ ਆਣਾ। ਆ ਤਾਂ ਹੈ ਨਹੀਂ ਵੀ ਹੁਣ ਐਤਕੀ ਆ ਗਿਆ ਮੁੜ ਕੇ ਮੈਂ ਆਉਣਾ ਨਹੀਂ ਪਿੰਡ 'ਚ। ਤੁਸੀਂ ਮੈਨੂੰ ਫੇਰ ਇੱਥੇ ਫੜ ਲੈਣਾ ਹੈ। ਅਜੇ 3.5 ਸਾਲ ਪਏ ਸੀ ਪਾਰਟੀ ਦੇ, ਪਰ ਫੇਰ ਵੀ ਮੈਂ ਰਾਜਪਾਟ ਛੱਡ ਕੇ ਰਾਜਪਾਟ ਨਹੀਂ ਵੇਖਿਆ। ਮੈਨੂੰ ਵੇਖਿਆ ਵੀ ਕਿਉਂ, ਮੈਂ ਵੀ ਕਿਸਾਨ ਹਾਂ, ਜਿਵੇਂ ਤੁਸੀਂ ਕਿਸਾਨ ਹੋ ਮੈਂ ਵੀ ਕਿਸਾਨ ਹੀ ਹਾਂ। ਮੇਰੇ ਕੋਲ ਵੀ ਕੋਈ ਹੋਰ ਕੋਈ ਕਮਾਈ ਨਹੀਂ ਹੈ, ਮੇਰੇ ਕੋਲ ਪੈਲੀ ਹੈ, ਮੈਂ ਵੀ ਜ਼ਮੀਨੀ ਪਾਉਂਦਾ, ਜ਼ਮੀਨ ਨਾਲ ਹੀ ਆਪਣਾ ਕੰਮ ਚੱਲਦਾ ਹੈ। 20 ਦਿਨ ਪਹਿਲਾਂ ਮੈਂ ਕਾਂਗਰਸ ਜੁਆਇਨ ਕਰਕੇ ਜੁਆਇਨ ਤਾਂ ਮੈਂ ਉਸ ਦਿਨ ਹੀ ਕਰਦੀ ਸੀ, ਦਿਲੋਂ ਤਾਂ ਉਸ ਦਿਨ ਹੀ ਕਹਿਤਾ ਸੀਗਾ ਮੈਂ ਹੁਣ ਕਾਂਗਰਸ 'ਚ ਜਾਊਂਗਾ, ਮੈਂ ਹੁਣ ਬੀਜੇਪੀ ਨਾਲ ਨਹੀਂ ਰਹਿੰਦਾ। ਕਿਉਂ ਕਾਂਗਰਸ ਪਾਰਟੀ ਇੱਕ ਪਾਰਟੀ ਹੋ ਰਹੀ ਹੈ ਜਿਹੜੀ ਕਿਸਾਨਾਂ ਦੀ ਗੱਲ ਕਰ ਰਹੀ ਹੈ। ਤੇ ਮੈਂ ਤਾਂ ਬਸ ਇੰਨਾ ਹੀ ਹੈ, ਤੁਹਾਡੇ ਅੱਗੇ ਹਾਜ਼ਰੀ ਦੇਣ ਆਇਆ ਸੀ ਵੀ 30 ਤਰੀਕ ਨੂੰ ਆਉਣ ਵਾਲੀ 30 ਤਰੀਕ ਨੂੰ ਜਿਹੜਾ ਆਪਣੇ ਬਾਈ ਇਲੈਕਸ਼ਨ ਹੋਣ ਜਾ ਰਹੇ ਹੈ। ਇੱਕ ਵੋਟ ਹੈ ਜਿਹੜਾ ਤਾਂ ਤੁਸੀਂ ਹੱਥ ਦੇ ਨਿਸ਼ਾਨ ਵਾਲਾ ਬਟਨ ਦਬਾ ਕੇ ਮੈਨੂੰ ਕਾਮਯਾਬ ਕਰਿਓ। ਜੇ ਮੈਂ ਇੱਥੋਂ ਕਾਮਯਾਬ ਹੋਇਆ, ਮੈਂ ਤੁਹਾਨੂੰ ਵਿਸ਼ਵਾਸ ਭਰੋਸਾ ਦਿਵਾਉਣਾ, ਜਿਵੇਂ ਪਹਿਲਾਂ ਪਿਛਲੇ 7 ਸਾਲਾਂ 'ਚ ਤੁਹਾਡੇ ਵਿੱਚ ਰਹਿ ਕੇ ਤੁਹਾਡੇ ਕੰਮ ਕੀਤੇ ਹੈ, ਜਾਂ ਮੈਂ ਤੁਹਾਡੀ ਸੇਵਾ, ਤੁਹਾਡੇ ਕੰਮ ਨਹੀਂ ਤੁਹਾਡੀ ਸੇਵਾ ਕੀਤੀ ਹੈ। ਕਿਉਂ ਮੇਰਾ ਫਰਜ਼ ਬਣਦਾ, ਤੁਸੀਂ ਮੈਨੂੰ ਵੋਟ ਦਿੱਤੇ, 2 ਵਾਰੀ ਵੋਟ ਦਿੱਤੇ, ਉਹ ਮੇਰਾ ਫਰਜ਼ ਸੀਗਾ। ਮੈਂ ਕੋਈ ਅਹਿਸਾਨ ਨਹੀਂ ਕੀਤਾ ਇੱਥੇ, ਜੇ ਕੋਈ ਗ੍ਰਾਂਟ ਵੀ ਲੈ ਕੇ ਆਇਆ ਜਾਂ मैं कोई एहसान नहीं किया, वो मेरा फर्ज सीगा। जो मुख्य बातें यहाँ पर आई, मुख्य बात यही है कि जो तीनों काले कृषि कानून हैं उनके बारे में सभी लोग बोलते हैं और सभी कहते हैं कि ये गलत है, बीजेपी को छोड़ के, बीजेपी जजपा को छोड़ के, और शायद इसीलिए आपने उनकी नो एंट्री कर रखी। लोग कहते हैं कि ये बुरे कानून हैं, हम भी कहते हैं। और आपका बड़ा सटीक सवाल था कि कांग्रेस इनको बुरा तो कहती है लेकिन कांग्रेस क्या करेगी। मैं भी बिल्कुल आपको सटीक जवाब दूंगी। तो आपके मन में जो ये सवाल है बहुत जायज़ है और इसका जवाब भी यही है कि राजनीति की बात नहीं होती। राहुल गांधी जी इसके बारे में आवाज उठा रहे हैं और शुरू से उठा रहे हैं। तब तो किसान मोर्चा भी नहीं, मेरे नौजवान भाई, किसान मोर्चा भी नहीं बना था। राहुल जी ट्रैक्टर रैली लेकर आए थे, पंजाब में की थी और हरियाणा में की थी। और पंजाब से हरियाणा में आए थे, पेवा होते हुए कुरुक्षेत्र आए और उन्होंने कुरुक्षेत्र में अपने भाषण में कह दिया था कि हमारी सरकार बनेगी, हम तीनों कृषि कानून खत्म करेंगे। तो इसमें शक नहीं हो, हम किसान के साथ अगर कहते हैं खड़े हुए हैं तो हम खड़े होंगे। आगे आपको कोई शक नहीं होना चाहिए। भारतीय जनता पार्टी की बात क्या करें, आप समझते हो, इसलिए आपने उनको यहाँ आने से उन पर पाबंदी लगा दी है। एकदम लोगों को बरगलाने वाली पार्टी है। लोगों ने तो पीछे कल एक जगह कुछ साथियों ने कहा कि ये तो बहुत झूठी पार्टी है बीजेपी, हर बार बरगला कर चले जाते हैं, कभी 15-20 लाख के नाम पर, कभी किसी और नाम पर। किसानों को कहा 6-6 हज़ार रुपया देंगे आपके अकाउंट में, दे भी दिए चुनाव के कारण, लेकिन अब वापस ले रहे हैं, वापस लिए जा रहे हैं किसानों से। 1,72,00,000 रुपया किसानों के खातों से वापस लिया जा रहा है। तो साथियों, ये एक हाथ से देते हैं लेकिन बाकी सारा वापस बटोर लेते हैं। कहेंगे हम जेब में डाल रहे हैं लेकिन डाका आपके घर पे डाला जाता है। ऐसी पार्टी है ये। यही कारण है कि पवन जी छोड़ के आए इनको, वरना 7 साल जिसके साथ रहे, चेयरमैन नहीं रही, 3-3.5 साल और थे चेयरमैन नहीं अपनी संभालते। लेकिन लोगों की नब्ज देख कि जो बीजेपी कर रही है गलत कर रही है। कांग्रेस में आए, कांग्रेस ने इनको उम्मीदवार बनाया और मैं आपकी भावना से बहुत प्रभावित हूँ कि कैंडिडेट है और पार्टी। साथियों, पार्टी को फैसले लेने पड़ते हैं। मेरी भी टिकट कटी है, एक बार नहीं,
एक बार नहीं 2 बार कटी है मेरी टिकट। पर देखो, टिकट मांगना मेरा हक है, लेकिन टिकट देना पार्टी का अधिकार होता है। और कई बार लगता है कि ये इंसाफ नहीं हुआ, तो नाराजगी नहीं हो सकती, निराशा हो सकती। और इसके साथ साथ मैं ये भी कहूंगी कि जिनको नहीं मिला उनको मनाना हमारा फर्ज भी है, और उनको आदर मान देना भी हमारा फर्ज है। हम आदर मान सबको देते हैं क्योंकि पार्टी का हिस्सा है। तो इसलिए कोई शक नहीं हो। आप सबसे यही गुजारिश है कि आप लोगों के मन में है, और आने वाले वक्त में 30 तारीख को सभी लोग, चाहे गरीब है, किसान, मजदूर, सभी लोगों को एक होकर, क्योंकि कांग्रेस पार्टी गरीब की पार्टी है, किसान मजदूर की पार्टी है। और मैं एक सवाल ज़रूर मैं भी आपसे पूछना चाहूँगी। मेरा सवाल ये है कि पिछले 7 साल में जब से भारतीय जनता पार्टी की सरकार बनी है, क्या यहाँ पर एक भी गरीबी का कार्ड बना है क्या? कट गए, नए तो नहीं बनाए। मेरा यही सवाल आपसे था। तो गरीब इंसान के साथ भी नाइंसाफी हो रही है, किसान के साथ भी, सभी के साथ हो रही है। और एक और पार्टी जो आज मैदान में है, जिनके कारण ये चुनाव हो रहा है, एक पार्टी, एक नुमाइंदा, उसने पहले आपको ठोकर मारी, आपका अनादर किया। आपका अनादर इसलिए किया क्योंकि आपने उन्हें जिताकर भेजा। किसान की आड़ में उन्होंने कहा कि मैं इस्तीफा देता हूँ, लेकिन किसान की क्या आड़ थी? जब कांग्रेस पार्टी ने नो कॉन्फिडेंस मोशन हम लेकर आए विधानसभा में, तो उनका फर्ज था कि किसान के साथ खड़े होते, ना कि सरकार के साथ। इस्तीफा देकर उन्होंने सरकार को फायदा पहुंचाया, आपको और विपक्ष को नहीं। इसलिए मजबूत विपक्ष जरूरत है एक लोकतंत्र की। आप पवन जी को वोट दीजिए, कांग्रेस पार्टी को वोट दीजिए, लोकतंत्र को बचाइए, लोग गरीब को, किसान को, मजदूर को, सबको बचाइए। आप अभी के समय जब से इनकी सरकार बनी है, हरियाणा को इन्होंने नंबर 1 किया हुआ है बेरोजगारी में। एक बहुत अहम मुद्दा है। रोज के रोज पेपर लीक होते हैं, नौकरियां अव्वल तो मिलती नहीं है, लेकिन अगर मिलती भी हैं तो कोई ना कोई स्कैम हो जाते हैं। अपॉइंटमेंट लेटर सालों साल नहीं मिलते, नौकरी पर हैं उनको निकाला जाता है। आप सोच सकते हैं, सारी व्यवस्था एक बार फिर से दुरुस्त करनी होगी। ये कांग्रेस पार्टी ने पहले भी अपनी जिम्मेवारी मानी है, आगे भी हम अपनी जिम्मेवारी मानेंगे। आपके जो कांग्रेस के जो युवा कार्यकर्ता हैं शहर एलनाबाद के अंदर बहुत ज़्यादा सक्रिय है, उनको लेकर आप क्या कहेंगे? पार्टी को लेकर हमारे कार्यकर्ता सभी लोग सक्रिय हैं और हम उनका धन्यवाद भी करते हैं। और आगे ये समय ऐसा है कि सबको मेहनत करनी है, लोगों की आवाज़ बनना है।